ਬਲਦੇਵ ਸਿੰਘ ਵਡਾਲਾ ਨੇ ਲਾਈਵ ਹੋ ਕੇ ਮਾਨ ਸਰਕਾਰ ਨੂੰ ਘੇਰਿਆ ਹੈ। ਅਸਲ ਦੇ ਵਿੱਚ ਬਲਦੇਵ ਸਿੰਘ ਵਡਾਲਾ 328 ਸਰੂਪਾਂ ਦੇ ਖਿਲਾਫ ਧਰਨਾ ਐਜੀਟੇਸ਼ਨ ਕਰ ਰਹੇ ਨੇ ਅੰਮ੍ਰਿਤਸਰ ਸਾਹਿਬ। ਤਾਂ ਜਦੋਂ ਸਰਕਾਰ ਨੇ ਕਾਫੀ ਟਾਈਮ ਲੰਘ ਜਾਣ ਤੋਂ ਬਾਅਦ ਤਕਰੀਬਨ 4 ਮਹੀਨੇ 5 ਮਹੀਨੇ ਲੰਘ ਜਾਣ ਤੋਂ ਬਾਅਦ ਕੋਈ ਸੁਣਵਾਈ ਨਾ ਕੀਤੀ ਤਾਂ ਬਲਦੇਵ ਸਿੰਘ ਵਡਾਲਾ ਨੇ CM ਭਗਵੰਤ ਮਾਨ ਦੇ ਘਰ ਦੇ ਅੱਗੇ ਐਜੀਟੇਸ਼ਨ ਕਰਨ ਦੀ ਸੋਚੀ। ਜਦੋਂ ਉੱਥੇ ਐਜੀਟੇਸ਼ਨ ਕੀਤਾ ਗਿਆ ਤਾਂ ਕੱਲ੍ਹ ਰਾਤ ਨੂੰ ਤਕਰੀਬਨ ਜਦੋਂ 20 ਜਣੇ ਰਹਿ ਗਏ, ਰਾਤ ਦਾ ਸਮਾਂ ਸੀ ਤਕਰੀਬਨ 1-2 ਵਜੇ ਦਾ, ਤਾਂ ਉੱਥੇ ਇੱਕਦਮ ਪੁਲਿਸ ਆਉਂਦੀ ਹੈ। ਪੁਲਿਸ ਆ ਕੇ ਜਿਹੜੇ ਸਿੰਘ ਬੈਠੇ ਹੁੰਦੇ ਆ ਉਹਨਾਂ ਨਾਲ ਬਦਸਲੂਕੀ ਕਰਦੀ ਹੈ, ਪੱਗਾਂ ਲਾਹੀਆਂ ਜਾਂਦੀਆਂ, ਕੁੱਟਮਾਰ ਹੁੰਦੀ ਹੈ, ਬੀਬੀਆਂ ਨਾਲ ਬਦਸਲੂਕੀ ਹੁੰਦੀ ਹੈ। ਤਾਂ ਉਸ ਮੌਕੇ ਬੇਹੱਦ ਭਾਵੁਕ ਹੋ ਕੇ ਬਲਦੇਵ ਸਿੰਘ ਵਡਾਲਾ ਲਾਈਵ ਹੁੰਦੇ ਨੇ। ਤਾਂ ਕੀ ਕਹਿਣਾ ਬਲਦੇਵ ਸਿੰਘ ਵਡਾਲਾ ਦਾ ਤੁਹਾਨੂੰ ਸੁਣਾ ਦਿੰਦੇ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਪੰਥ ਜੀ, ਰਾਤ ਦੇ 1:45 ਵੱਜ ਚੁੱਕੇ ਆ। ਫਤਿਹਗੜ੍ਹ ਸਾਹਿਬ ਦੀ ਧਰਤੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਦੀ ਚਰਨ ਸ਼ਰਨ ਨਸੀਬ ਹੋਈ, ਕਿਸੇ ਰੂਪ ਵਿੱਚ ਹੋਈ। ਸ਼ੁਕਰ ਔਰ ਸਾਨੂੰ ਤਾਕਤ ਬਖਸ਼ਣ। ਜਦੋਂ ਸਾਹਿਬਜ਼ਾਦਿਆਂ ਨੂੰ ਫੜ ਕੇ ਲਿਆਂਦਾ ਸੀ ਤੇ ਕਿਹੋ ਜਿਹਾ ਮਾਹੌਲ ਹੋਊ ਮਾਤਾ ਗੁਜਰ ਕੌਰ ਜੀ ਦਾ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ, ਤੇ ਹੌਸਲੇ ਕਿੰਨੇ ਬੁਲੰਦ ਹੋਣਗੇ। ਉਮਰਾਂ ਦੀ ਗੱਲ ਨਹੀਂ, ਹੌਸਲਿਆਂ ਦੀ ਗੱਲ ਹੋਇਆ ਕਰਦੀ ਹੈ। ਤੇ ਬੜਾ ਪੁਰਾਣਾ ਸਾਡਾ ਬਾਬੇ ਕੇ ਬਾਬਰ ਕੇ ਦੋ ਚੱਲੇ ਆਉਨੇ ਆ, ਸਿਲਸਿਲਾ ਖਤਮ ਨਹੀਂ ਹੁਆ, ਸਿਲਸਿਲਾ ਜਾਰੀ ਰਹੇਗਾ। ਹੋਇਆ ਕਿ ਤੁਹਾਡੇ ਸਨਮੁਖ ਹੋ ਰਹੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 328 ਸਵਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਚੋਰੀ ਵੇਚ ਦਿੱਤੇ ਗਏ, ਤਿੰਨਾਂ ਦੇ ਇਨਸਾਫ ਲਈ ਪਿਛਲੇ 22 ਮਹੀਨਿਆਂ ਤੋਂ ਅਸੀਂ ਪੰਥਕ ਹੋਕੇ ਦੇ ਰੂਪ ਵਿੱਚ ਆਵਾਜ਼ ਦੇ ਰਹੇ ਹਾਂ। ਸਰਕਾਰਾਂ ਬਦਲੀਆਂ, ਨਿਜ਼ਾਮ ਬਦਲੇ, ਸੋਚਿਆ ਬਦਲਾ ਆਇਆ, ਆਸ ਕਿਰਨ ਦੀ ਜਾਗੀ ਕਿ ਸਾਨੂੰ ਇਨਸਾਫ ਜ਼ਰੂਰ ਮਿਲੂਗਾ। ਅਸੀਂ 6 ਮਹੀਨੇ ਸਰਕਾਰ ਨੂੰ ਉਡੀਕਣ ਤੋਂ ਬਾਅਦ ਇੱਕ ਯਾਦ ਪੱਤਰ ਪਹਿਲਾਂ ਜ਼ਿਲ੍ਹਾ DC ਸਾਹਿਬਾਨਾਂ ਨੂੰ ਦਿੱਤੇ ਜਾਂਦੇ ਨੇ, ਉਦੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਤੱਕ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਹੜਾ ਕਿ ਅਸੀਂ 150-200 ਗੱਡੀਆਂ ਦੇ ਕਾਫਲੇ ਦੇ ਨਾਲ ਭਗਵੰਤ ਸਿੰਘ ਮਾਨ ਦੇ ਘਰ ਸੰਗਰੂਰ ਪਹੁੰਚਦੇ ਹਾਂ 20 ਅਗਸਤ ਨੂੰ। ਅਫਸੋਸ ਕਿ ਜਿਹੜਾ ਡੀਂਗਾ ਮਾਰਦਾ ਸੀ ਇਹ ਲੋਕਾਂ ਦੀ ਸਰਕਾਰ ਹੈ, ਆਮ ਆਦਮੀ ਦੀ ਸਰਕਾਰ ਹੈ। ਇਹ ਤੁਹਾਡੇ ਮਸਲੇ ਹੱਲ ਕਰੇਗੀ, ਤੁਹਾਨੂੰ ਆਉਣ ਦੀ ਲੋੜ ਨਹੀਂ, ਸਰਕਾਰ ਤੁਹਾਡੇ ਤੱਕ ਪਹੁੰਚੇਗੀ। ਪਰ ਸੱਚਾਈ ਕੁਝ ਹੋਰ ਹੈ। ਇਹ ਹਾਥੀ ਦੇ ਉਹ ਦੰਦ ਨੇ, ਖਾਣ ਨੂੰ ਹੋਰ ਤੇ ਦਿਸਣ ਨੂੰ ਹੋਰ। ਹੋਇਆ ਕਿ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ 4 ਘੰਟੇ ਕੀਰਤਨ ਕੀਤਾ ਗਿਆ, ਉਡੀਕਿਆ ਗਿਆ, ਕੋਈ ਨਹੀਂ ਬੋੜਿਆ। ਅਖੀਰੀ ਸੰਗਤ ਦਾ ਫੈਸਲਾ ਸੀ, ਸਿਰ ਨਵਾਇਆ, ਇਨਸਾਫ ਲੈ ਬਿਨਾ ਮੁੜਨਾ ਨਹੀਂ। ਅਸੀਂ ਰੋਜ਼ ਉੱਥੇ ਸਿੱਖ ਨੀਤੀ ਪੰਥਕ ਮੋਰਚੇ ਦੇ ਰੂਪ ਵਿੱਚ ਆਵਾਜ਼ ਦੇਣੀ ਸ਼ੁਰੂ ਕੀਤੀ। ਉਸ ਆਵਾਜ਼ ਵਿੱਚ ਕੋਈ ਜਿੰਦਾਬਾਦ ਨਹੀਂ, ਕੋਈ ਮੁਰਦਾਬਾਦ ਨਹੀਂ। ਸਵੇਰੇ ਨਿਤਨੇਮ ਹੁੰਦਾ ਹੈ, ਦੁਪਹਿਰੇ ਸੁਖਮਨੀ ਸਾਹਿਬ, ਸ਼ਾਮ ਨੂੰ ਸੋਧਰ ਤੇ ਕੀਰਤਨ ਹੁੰਦਾ ਹੈ। ਇਹ ਲਗਾਤਾਰ 6 ਦਿਨ ਪ੍ਰੋਗਰਾਮ ਜਿਹੜਾ ਸੀ ਚੱਲਿਆ। ਦੂਜੇ ਦਿਨ ਕੁਝ ਸੰਗਤਾਂ ਆਉਂਦੀਆਂ ਨੇ, ਤੀਜੇ ਦਿਨ ਕੁਝ BJP ਦੇ ਆਗੂ ਆਉਂਦੇ ਨੇ, ਬਿਕਰਮਜੀਤ ਸਿੰਘ ਹੋਣੀ। ਅਸੀਂ ਕੀ ਕਰ ਸਕਦੇ ਹਾਂ? ਚੌਥੇ ਦਿਨ IG ਔਰ SSP ਸੰਗਰੂਰ ਪਹੁੰਚਦੇ ਨੇ ਆਪਣੇ ਸਾਥੀਆਂ ਸਮੇਤ। ਸਾਨੂੰ ਪੱਤਰ ਦੇ ਦਿਓ, ਕੀ ਚਾਹੁੰਦੇ ਹੋ? ਇੱਕੋ ਹੀ ਜਵਾਬ ਸੀ, ਇਨਸਾਫ ਚਾਹੁੰਦੇ ਆ, ਸਾਨੂੰ ਦੇ ਦਿਓ। ਔਰ ਜਵਾਬ ਇਹ ਮਿਲਿਆ ਕਿ ਜਿਨ੍ਹਾਂ ਚੋਰੀ ਕੀਤੀ ਹੈ ਉਹ ਚੋਰ ਮੰਨਦੇ ਨਹੀਂ। ਅਗਰ ਜੇ ਉਹ ਮਾੜਾ ਜਿਹਾ ਵੀ ਲਿਖ ਦੇਣ ਤੇ ਮਾਨ ਸਰਕਾਰ ਉਹਨਾਂ ਤੇ ਪਰਚਾ ਕਰ ਸਕਦੀ ਹੈ। ਇਹ ਕਹਿ ਲਓ, ਇਹ ਸਰਕਾਰ ਉਹ ਹੈ ਜਿਹੜੀ ਚੋਰ ਨੂੰ ਪੁੱਛੇਗੀ ਵੀ ਹੁਣ ਦੱਸ ਵੀ ਭਾਈ ਤੂੰ ਪਰਚਾ ਕਰਾਉਣਾ ਹੈ ਜਾਂ ਨਹੀਂ ਕਰਾਉਣ ਦੇ ਰੌਂਚ, ਜਦੋਂ ਤੂੰ ਲਿਖੇਗਾ ਉਦੋਂ ਅਸੀਂ ਪਰਚਾ ਕਰਾਂਗੇ। ਇਹ ਕੁਝ ਘਟਨਾਕ੍ਰਮ ਵਾਪਰਿਆ। ਜੇ ਕਿਧਰੇ ਮੰਤਰੀਆਂ ਦੇ ਫੋਨ ਆਏ, ਨਿੱਜਰ ਸਾਹਿਬ ਦਾ ਫੋਨ ਵੀ ਆਇਆ, ਸੰਧਵਾ ਸਾਹਿਬ ਸਪੀਕਰ ਦਾ ਫੋਨ ਵੀ ਆਇਆ, ਜਿਹੜੇ ਆਪਣੇ ਆਪ ਨੂੰ ਬੜੇ ਧਾਰਮਿਕ ਹੋ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ। ਜਵਾਬ ਇਹਨਾਂ ਤੋਂ ਵੀ ਉਹੀ ਮਿਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਰੀ ਕੀਤੀ ਹੈ ਤੇ ਚੋਰ ਹੀ ਲਿਖ ਕੇ ਦਵੇ ਤਾਂ ਪਰਚਾ ਕਰ ਸਕਦੇ ਆ। ਭਾਵ ਕਾਨੂੰਨ, ਪ੍ਰਧਾਨਗੀਆਂ, ਪ੍ਰਸ਼ਾਸਨ, ਸਰਕਾਰਾਂ ਵੱਡੀਆਂ ਨੇ
ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਕੋਈ ਇਹਨਾਂ ਤੋਂ ਕਾਨੂੰਨ ਨਹੀਂ ਜਿਹਦੇ ਨਾਲ ਇਹਨਾਂ ਲੋਕਾਂ ਨੂੰ ਨੱਥ ਪਾਈ ਜਾ ਸਕੇ। ਗੋਲਕ ਚੋਰੀ ਦੇ ਪਰਚੇ ਤਾਂ ਪ੍ਰਧਾਨਾਂ ਤੇ ਹੋ ਸਕਦੇ ਨੇ, ਚਾਹੇ ਉਹ ਜੀ ਕੇ ਸਰਨੇ ਹੋਣ, ਸਿਰਸੇ ਹੋਣ, ਪਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ ਜਾਏ ਤੇ ਜਿੰਨਾ ਚਿਰ ਚੋਰ ਲਿਖ ਕੇ ਨਾ ਦਏ ਉਹਨਾਂ ਚਿਰ ਪਰਚਾ ਨਹੀਂ ਕੀਤਾ ਜਾ ਸਕਦਾ। ਇੱਥੋਂ ਸਪਸ਼ਟ ਹੈ ਮਾਨ ਸਰਕਾਰ ਬਾਦਲਾਂ ਦੀ ਬੀ ਟੀਮ ਹੈ, ਔਰ ਅਸੀਂ ਇਹ ਦਾਅਵੇ ਨਾਲ ਕਹਿੰਦੇ ਆ ਇਹ ਸੱਤਵਾਦੀਆਂ ਦੀ ਨਹੀਂ, ਇਹ ਅੱਤਵਾਦੀਆਂ ਦੀ ਸਰਕਾਰ ਬਣਾ ਲਈ। ਜੋ ਅੱਜ ਅਸੀਂ ਉੱਥੇ ਘਟਨਾਕ੍ਰਮ ਵੇਖਿਆ, ਅੱਜ ਦੀ ਰਾਤ ਜਿਹੜੀ ਸੀਗੀ, ਰਾਤ ਨੂੰ ਸਮਾਗਮ ਹੁੰਦਾ ਹੈ, ਕੀਰਤਨ ਹੁੰਦਾ ਹੈ, ਸੰਗਤਾਂ ਪ੍ਰਸ਼ਾਦ ਪਾਣੀ ਛਕ ਕੇ ਕੁਝ ਚਲੇ ਗਈਆਂ ਤੇ ਕੁਝ ਉੱਥੇ ਨੇ, ਔਰ ਜਿਹੜੇ ਸਰੀਰ ਸਾਡੇ ਨਾਲ ਪੱਕੇ ਸੇਵਾਦਾਰ ਰਹਿ ਰਹੇ ਸਨ, ਅਸੀਂ ਸਾਰੇ ਆਰਾਮ ਦੀ ਤਿਆਰੀ ਵਿੱਚ ਸਾਂ, ਸਾਰਾ ਦਿਨ ਦੀ ਥਕਾਵਟ ਵਿੱਚ ਸਾਰੇ ਨੇ ਘਰ ਛੱਡ ਕੇ ਬੈਠੇ ਹੋਏ ਆ। ਵੇਖਦੇ ਆ ਥੋੜੇ ਸਮੇਂ ਦੇ ਅੰਦਰ ਕੋਈ CID ਵਾਲੇ, ਕੁਝ ਪੁਲਿਸ ਵਾਲੇ, ਕਰੀਬਨ ਪਤਾ ਲੱਗਿਆ ਕਿ 700 ਦੇ ਕਰੀਬ ਉੱਥੇ ਬੰਦੇ ਇਕੱਠੇ ਕਰ ਲਏ ਗਏ, ਸੰਗਰੂਰ ਨੂੰ ਸੀਲ ਕਰ ਦਿੱਤਾ ਗਿਆ, ਔਰ ਸਾਨੂੰ ਇਵੇਂ ਚੁੱਕਣ ਆਏ ਜਿੱਦਾਂ ਪਤਾ ਨਹੀਂ ਕਿੱਡਾ ਕੁ ਵੱਡਾ ਆਪਰੇਸ਼ਨ ਕਰਨ ਚੱਲੇ ਹੋਣ। ਅਗਲੇ ਪਾਸੇ ਕਿੰਨੇ ਕੁ ਧਾੜਵੀ ਬੈਠੇ ਨੇ। ਅਸੀਂ ਬੇਨਤੀ ਕੀਤੀ ਭਾਈ ਬੱਤੀਆਂ ਜਗਾ ਲੈਣ ਦਿਓ, ਤੁਸੀਂ ਜੋੜੇ ਲੈ ਕੇ ਉੱਤੇ ਨਾ ਆਓ, ਅਸੀਂ ਬਾਣੀ ਪੜ੍ਹਦੇ ਹਾਂ, ਪੋਥੀਆਂ ਪਈਆਂ ਨੇ, ਸਾਡੀਆਂ ਦਸਤਾਰਾਂ ਪਈਆਂ ਨੇ। ਇਹਨਾਂ ਦੀ ਪੁਲਿਸ ਨੇ, DSP ਨੇ, ਚੀਮਾ ਜਿਹੜਾ ਸੀ ਉੱਥੇ ਦਾ SSP, ਇਹਨਾਂ ਸਾਰਿਆਂ ਦੀ ਅਗਵਾਈ ਦੇ ਵਿੱਚ ਸਾਡੀਆਂ ਪੱਗਾਂ ਤੇ ਜੁੱਤੀਆਂ ਤੱਕ ਰੱਖੀਆਂ ਗਈਆਂ। ਬਜ਼ੁਰਗਾਂ, ਇਹ ਆਰਮੀ ਚੋਂ ਰਿਟਾਇਰ ਨੇ, ਔਰ ਇਹਨਾਂ ਬਜ਼ੁਰਗਾਂ ਦੀ ਪਾਗਾ ਹੱਥ 'ਚ ਫੜੀ ਹੋਈ ਆ, ਜਿਹੜੀਆਂ ਕਿ ਉਹਨਾਂ ਦੇ ਪੈਰਾਂ ਥੱਲਿਓਂ ਖਿੱਚੀਆਂ ਨੇ ਨਿਕਲਦਿਆਂ। ਇਹਨਾਂ ਮਾਈਆਂ ਨੂੰ ਧੱਕੇ ਮਾਰੇ ਗਏ। ਇਹਨਾਂ ਮਤਾਵਾਂ ਨੇ ਕੀ ਉੱਥੇ ਅੱਤਵਾਦ ਦਾ ਉੱਥੇ ਬੀੜਿਆ ਸੀਗਾ ਵੀ ਜਿਹੜੇ ਇਹਨਾਂ ਨੂੰ ਇੰਨਾ ਕਰਨ ਦੀ ਲੋੜ ਸੀ। ਇਹਨਾਂ ਬਜ਼ੁਰਗਾਂ ਨੂੰ ਖਿੱਚ ਖਿੱਚ ਕੇ ਗੱਡੀਆਂ 'ਚ ਐਵੇਂ ਸੁੱਟਿਆ ਜਿਵੇਂ ਪਤਾ ਨਹੀਂ ਇਹਨਾਂ ਨੇ ਕੀ ਵੱਡਾ ਗੁਨਾਹ ਕਰ ਦਿੱਤਾ ਹੈ। ਇੱਧਰ ਭਾਈ ਮਲਕੀਤ ਸਿੰਘ ਮਨਾਵਾ ਮੇਰੇ ਸਾਥੀ ਦਾ ਪਿਤਾ ਹੈ, 84 ਵੇਲੇ ਦਾ ਫਟੜ ਹੈ, 5 ਸਾਲ ਜੇਲ੍ਹ ਕੱਟੀ। ਇਸ ਬਜ਼ੁਰਗ ਨੂੰ ਵੀ ਚੁੱਕ ਕੇ ਉਵੇਂ ਸੁੱਟਿਆ, ਪੱਗਾਂ ਸਾਡੀਆਂ ਲਾਹੀਆਂ ਗਈਆਂ, ਬੁਰੀ ਸਾਡੀ ਹਾਲਤ ਕੀਤੀ। ਇਹ ਮਾਨ ਸਰਕਾਰ ਨੇ, ਇਹ ਕਹਿ ਲਈਏ ਕਿ ਬਰਗਾੜੀ ਦਾ ਕੰਮ ਕਰਕੇ ਬਾਦਲ ਸਰਕਾਰ ਨੇ ਟੋਕਰਾ ਸਵਾਹ ਦਾ ਸਿਰ 'ਚ ਪਾਇਆ, ਇਤਿਹਾਸ ਨੂੰ ਆਪਣੇ ਆਪ ਨੂੰ ਕਲੰਕਿਤ ਕੀਤਾ, ਬਦਨਾਮੀ ਖੱਟੀ, ਔਰ ਉਸੇ ਹੀ ਨਕਸ਼ੇ ਕਦਮ ਹੋਣੇ ਮਾਨ ਚੱਲ ਪਿਆ। ਇਹ ਭਗਵੰਤ ਮਾਨ ਦੀ ਸਰਕਾਰ ਚੱਲ ਪਈ, ਉਹੀ ਕੁਛ ਇਹਨਾਂ ਨੇ ਅੱਜ ਸਾਡੇ ਨਾਲ ਕੀਤਾ ਹੈ। ਪਰ ਅਸੀਂ ਦੱਸ ਦਈਏ ਭਗਵੰਤ ਸਿੰਘ ਮਾਨ ਜੀ, ਜੇ ਤੇਰੀ ਸਰਕਾਰ ਬਣਾ ਸਕਦੇ ਆ ਨਾ, ਫਿਕਰ ਨਾ ਕਰ, ਅੱਜ ਤੋਂ ਤੇਰੀ ਵੀ ਪੁੱਠੀ ਗਿਣਤੀ ਸ਼ੁਰੂ। ਸਰਕਾਰ ਤੇਰੀ ਵੀ ਨਹੀਂ ਰਹਿੰਦੀ। ਔਰ ਸੱਚ ਜਾਣੀ ਆਮ ਆਦਮੀ ਦਾ ਪੱਤਾ ਪੰਜਾਬ 'ਚੋਂ ਐਵੇਂ ਸਾਫ਼ ਕਰਾਂਗੇ ਜਿਵੇਂ ਬਾਦਲ ਕਿਆਂ ਦਾ ਕੀਤਾ ਹੈ। ਤੂੰ ਪੁਲਿਸ ਚਾੜ ਕੇ ਲਿਆਉਣਾ ਹੈ, ਤੂੰ ਗੋਲੀਆਂ ਚਲਾ ਕੇ ਵੇਖ, ਤੂੰ ਡਾਂਗਾ ਮਾਰ ਕੇ ਵੇਖ। ਅਸੀਂ ਕੀਰਤਨ ਕਰਨ ਵਾਲੇ ਲੋਕ ਆ ਯਾਰ, ਤੂੰ ਸਾਡੇ ਨਾਲ ਇੰਨਾ ਘਟੀਆ ਵਿਵਹਾਰ ਕੀਤਾ, ਇੰਨੀ ਮਾੜੀ ਹਰਕਤ ਕੀਤੀ ਤੁਹਾਡੇ ਪੁਲਿਸ ਪ੍ਰਸ਼ਾਸਨ ਨੇ। ਪੋਥੀਆਂ ਤੱਕ ਦੀ ਉੱਥੇ ਪਰਵਾਹ ਨਹੀਂ ਕੀਤੀ। ਕਦੇ ਟੈਂਟ ਪਾੜ ਦਿਓ ਜੀ, ਉੱਥੇ ਚੁੱਲ੍ਹਿਆਂ ਨੂੰ ਲੱਤਾਂ ਮਾਰ ਦਿਓ ਜੀ, ਗੁਰੂ ਕੇ ਲੰਗਰ ਨੇ। ਤੇ ਖਿਆਲ ਕਰਿਓ ਜਿਹੜੇ ਗੁਰੂ ਕੇ ਲੰਗਰਾਂ ਤੇ ਜੁੱਤੀਆਂ ਸਮੇਤ ਚੜ੍ਹਦੇ ਹੋਣ, ਖਮਿਆਜਾ ਤਾਂ ਕੁਦਰਤ ਨੇ ਵੀ ਭੁਗਤਾਉਣਾ ਹੈ। ਇਹ ਤੇ ਗੁਰੂ ਨਾਨਕ ਸਾਹਿਬ ਨੇ ਵੀ ਕਹਿ ਦਿੱਤਾ ਸੀ, ਸ਼ੇਰਾਂ ਦੇ ਵੱਗ ਸ਼ੇਰਾਂ ਤੇ ਪੈ ਜਾਣ ਦੁੱਖ ਕੋਈ ਨਹੀਂ, ਪਰ ਗਊਆਂ ਤੇ ਸ਼ੇਰ ਪੈ ਜਾਣ ਤਾਂ ਦੁੱਖ ਹੁੰਦਾ ਹੈ। ਇਹ ਤੇ ਗਊ ਵਰਗੀ ਸੰਗਤ ਪਾਠ ਕਰਕੇ ਸੌਂ ਰਹੀ ਸੀ, ਕੋਈ ਬਾਣੀ ਪੜ੍ਹ ਰਿਹਾ ਸੀ। ਤੁਸੀਂ ਜਾ ਕੇ ਉੱਥੇ ਕੁਝ ਕੀਤਾ, ਸਾਡੇ ਮੋਬਾਈਲ ਤੱਕ ਖੋਲੇ, ਔਰ ਸ਼ਰਾਬ ਦੀ ਬੋ ਇਹਨਾਂ ਦੇ ਕੋਲੋਂ ਇੰਨੀ ਆ ਰਹੀ ਸੀ, ਰਹਿ ਰੱਬ ਦਾ ਨਾਂ, ਸ਼ਰਾਬ ਪਿਆ ਕੇ ਲਿਆਂਦੇ ਵੀ ਜਿੱਦਾਂ ਸਾਨੂੰ ਗਾਲਾਂ ਵੀ ਕਢਾਉਣੀਆਂ ਨੇ, ਡਾਂਗਾਂ ਵੀ ਫੇਰਨੀਆਂ ਨੇ, ਜਲੀਲ ਕਰਨਾ, ਬੇਇੱਜ਼ਤੀ ਕਰਨੀ ਹੈ ਕਿ ਇਹ 328 ਸਰੂਪਾਂ ਦਾ ਇਨਸਾਫ ਮੰਗਣਾ ਬੰਦ ਕਰ ਦੇਣ। ਇਹ ਭੁਲੇਖਾ ਮਨ ਚੋਂ ਕੱਢ ਦਿਓ। ਅੱਜ ਤੁਸੀਂ ਸਾਡੇ ਉਸ ਧਰਨੇ ਨੂੰ ਤਾਰ ਪੀੜ ਕੀਤਾ ਪੰਥਕ ਹੋਕੇ ਨੂੰ, ਫਿਕਰ ਨਾ ਕਰੋ। 1 ਤਰੀਕ ਹਾਈ ਕੋਰਟ ਦੇ ਵਿੱਚ ਹੈ, 328 ਸਰੂਪਾਂ ਦੀ ਸੁਣਵਾਈ ਹੋਣ ਲੈਣ ਦਿਓ। ਅਗਲਾ ਪ੍ਰੋਗਰਾਮ ਇਹੋ ਜਿਹਾ ਦਿਆਂਗੇ, ਤੁਸੀਂ ਵੀ ਯਾਦ ਕਰੋਗੇ। ਇਹ ਕਿੱਡੀ ਕੁ ਗੱਲ ਹੈ। ਅਗਲਾ ਪ੍ਰੋਗਰਾਮ ਵੀ ਅਸੀਂ ਦਿਆਂਗੇ ਤੁਹਾਨੂੰ, ਔਰ ਤਕੜਾ ਦਿਆਂਗੇ। ਵੇਖਦੇ ਹਾਂ ਬਾਬੇ ਕੇ ਬਾਬਰ ਕੇ ਦੋ ਕਿ ਕਿਹੜਾ ਫਿਰ ਕਿੱਥੋਂ ਤੱਕ ਖੜਦਾ ਹੈ। ਗੁਰੂ ਕਿਰਪਾ ਕਰੇ, ਸਤਿਗੁਰੂ ਬਖਸ਼ਿਸ਼ ਕਰੇ। ਇਹਨਾਂ ਬਜ਼ੁਰਗਾਂ ਦੀਆਂ ਪੱਗਾਂ ਲਾ ਕੇ ਆ ਭਾਈ ਅਵਤਾਰ ਸਿੰਘ ਉਹ ਹੈ ਜਿਹੜੀ ਮਾਨ ਸਰਕਾਰ ਨੇ ਅੱਜ ਕਰਤੂਤ ਕੀਤੀ ਇਸ ਬਜ਼ੁਰਗ ਨਾਲ, ਧੱਕੇ ਮਾਰੇ।
ਇਵੇਂ ਚਾੜਿਆ ਜਿਵੇਂ ਸਮੈਕ ਦੇ ਕੋਈ ਤਸਕਰਾਂ ਨੂੰ ਤੇ ਹਾਰ ਪਾਉਨੇ ਹੋ। ਰਿਮਾਂਡ ਤੱਕ ਨਹੀਂ ਤੁਸੀਂ ਲੈ ਸਕਦੇ। ਔਰ ਇਹਨਾਂ ਵਾਸਤੇ ਇਹ ਉਹ ਬਜ਼ੁਰਗ ਹੈ ਸੰਗਤ ਜੀ, ਭਾਈ ਮਹਿਤਾਬ ਸਿੰਘ ਵੀਰ ਖਾਲਸਾ ਬਰਾਦਰੀ ਦੇ ਮੁਖੀ, ਜਿਨ੍ਹਾਂ ਨੇ 1920 ਵਿੱਚ ਦਰਬਾਰ ਸਾਹਿਬ ਦੇ ਅੰਦਰ ਦੇਗ ਕਰਵਾਉਣ ਵੇਲੇ ਮਹੰਤਾਂ ਦਾ ਸਫਾਇਆ ਕਰਕੇ ਸ਼੍ਰੋਮਣੀ ਕਮੇਟੀ ਲਿਆਂਦੀ। ਹੋਂਦ ਵਿੱਚ ਉਸ ਪਹਿਲੀ ਇੱਟ ਦਾ ਨਾਂ ਭਾਈ ਮਹਿਤਾਬ ਸਿੰਘ ਵੀਰ, ਇਹਨਾਂ ਦੇ ਵਡਪੁਰਖੇ ਕਰੀਮ ਬਖਸ਼ ਮੌਲਵੀ ਤੋਂ ਸਿੰਘ ਸੱਜੇ ਸੰਤ ਲਖਵੀਰ ਸਿੰਘ ਜੀ ਬਕਾਪੁਰ ਵਾਲੇ ਫਲੌਰ ਦੇ ਨੇੜੇ ਰਹਿਣ ਵਾਲੇ, ਇਹ ਉਸ ਖਾਨਦਾਨ ਚੋਂ ਭਾਈ ਅਵਤਾਰ ਸਿੰਘ। ਇਹਨਾਂ ਦੇ ਵੀ ਮੋਬਾਈਲ ਖੋਲੇ ਔਰ ਬੁਰੀ ਤਰ੍ਹਾਂ ਇਹਨਾਂ ਨਾਲ ਵਿਵਹਾਰ ਕੀਤਾ ਗਿਆ। ਭਾਈ ਅਮਰਪਾਲ ਸਿੰਘ ਸਾਡੇ ਬਜ਼ੁਰਗ ਨੇ, ਮਰੀਜ਼ ਨੇ, ਕੱਲ ਅਜੇ ਆਸਟ੍ਰੇਲੀਆ ਤੋਂ ਆਏ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਔਰ ਰਾਤੋਂ ਰਾਤ ਆਰਾਮ ਕੀਤੇ ਬਿਨਾਂ ਇੱਥੇ ਪਹੁੰਚੇ। ਆ ਪੱਗ ਇਹਨਾਂ ਦੇ ਸਿਰ ਤੇ ਵੀ ਹੈ ਨਹੀਂ ਸੀ, ਇਹਨਾਂ ਨੇ ਵੀ ਆ ਛੋਟੀ ਦਸਤਾਰ ਬੰਨੀ ਹੋਈ, ਹੁਣ ਬੰਨੀਆਂ ਨੇ। ਇਹਨਾਂ ਨੇ ਅੱਜ ਉਹ ਕੰਮ ਕਰਤਾ ਕਿ ਜਿਹੜਾ ਕਦੇ ਬਾਦਲ ਸਰਕਾਰ ਕਰਦੀ ਰਹੀ ਸੀ ਸਿੱਖਾਂ ਨਾਲ, ਕਦੇ ਬਰਗਾੜੀ, ਕਦੇ ਗੁਰਦਾਸਪੁਰ, ਕਦੇ ਸਨਾਮ, ਕਦੇ ਕੋਟਕਪੁਰੇ, ਅੱਜ ਉਹ ਭਗਵੰਤ ਮਾਨ ਦੀ ਸਰਕਾਰ ਨੇ ਤੇ ਭਗਵੰਤ ਮਾਨ ਦੇ ਪ੍ਰਸ਼ਾਸਨ ਨੇ ਟੋਕਰਾ ਸਵਾਹ ਦਾ ਆਪਣੇ ਸਿਰ 'ਚ ਪਵਾ ਲਿਆ ਔਰ ਸਾਨੂੰ ਉੱਥੋਂ ਚੁੱਕ ਕੇ ਸੀਲ ਕਰਕੇ ਪੂਰਾ ਸੰਗਰੂਰ ਨੂੰ ਤੇ ਕਿੰਨੇ ਜ਼ਿਲ੍ਹੇ ਟਪਾ ਕੇ ਤੇ ਅੱਜ ਸਾਨੂੰ ਫਤਿਹਗੜ੍ਹ ਸਾਹਿਬ ਛੱਡਿਆ। ਪਰ 144 ਤਹਿਤ ਹੈ ਨਾ, 144 ਦਫਾ ਲਗਾਤੀ ਗਈ ਉਸ ਏਰੀਏ 'ਚ। ਉੱਥੇ ਉਹ ਲਾਈ ਗਈ ਵੀ ਜਿੱਦਾਂ ਉੱਥੇ ਪਤਾ ਨਹੀਂ ਕਿੱਡਾ ਵੱਡਾ ਆਪਰੇਸ਼ਨ ਹੋਇਆ ਹੋਵੇ, ਜਦ ਕਿ ਕਾਨੂੰਨ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਬਨ ਹੋਇਆ ਆ ਔਰ ਈਸ਼ਰ ਸਿੰਘ ਐਡਵੋਕੇਟ ਅਨੁਸਾਰ ਉਹ ਕ੍ਰਾਈਮ ਕੇਸ ਹੈ। ਉਹਦੇ ਵਿੱਚ ਪੁਲਿਸ ਦਾ ਫਰਜ਼ ਬਣਦਾ ਸੀ ਮੁਕੱਦਮਾ ਦਰਜ ਕਰਨਾ, ਤੇ ਪੁਲਿਸ ਚੋਰਾਂ ਦੇ ਨਾਲ ਰਲ ਗਈ। ਉਹ ਸੁਣਿਆ ਸੀ ਚੋਰਾਂ ਨਾਲ ਕੁੱਤੀ ਰਲ ਗਈ, ਇੱਥੇ ਕੁੱਤੀ ਚੋਰ ਸਭ ਇਕੱਠੇ ਹੋਏ ਆ। ਤੁਸੀਂ ਬਾਹਰ ਵਾਲਿਓ ਬੜੇ ਪੈਸੇ ਖਰਚੇ ਆ ਹੁਣ ਸਪੀਕਰ ਬਾਹਰ ਹੀ ਹੈ ਕੁਲਤਾਰ ਸਿੰਘ ਸੰਧਵਾਂ, ਇਹਨੂੰ ਪੁੱਛਿਓ ਪੈਸਾ ਬਾਹਰਲੇ ਸਿੱਖਾਂ ਨੇ ਭੇਜਿਆ ਤੇ ਵੋਟਾਂ ਇੱਥੋਂ ਦੀਆਂ ਨੇ ਪਾਈਆਂ। ਸਾਨੂੰ ਵੀ ਪਤਾ ਕਿੱਥੋਂ ਕਿੱਥੋਂ ਸਵਾਵਾਂ ਹੋਈਆਂ, ਕੀ ਕੁਛ ਹੋਇਆ। ਹੁਣ ਇਸੇ ਕੁਲਤਾਰ ਸਿੰਘ ਸੰਧਵਾਂ ਨੂੰ ਪੁੱਛਿਓ ਆ ਸਾਡੇ ਨਾਲ ਜਿਹੜੀ ਕਰਤੂਤ ਕੀਤੀ ਕੀ ਇਹ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਹ ਮਨੁੱਖੀ ਅਧਿਕਾਰ ਨੇ ਤੁਹਾਡੇ, ਇਹ ਆਮ ਆਦਮੀ ਸਰਕਾਰ ਹੈ, ਆਮ ਆਦਮੀ ਦੀ। ਫਿਕਰ ਨਾ ਕਰਿਓ, ਜੇ ਅਸੀਂ ਬਾਦਲ ਕਿਆਂ ਦੇ ਬਾਟੇ ਮਾਂਜ ਸਕਦੇ ਆ ਨਾ, ਹੁਣ ਤੁਹਾਡੀ ਤਿਆਰੀ ਜੇ। ਦੇਖ ਲਓ ਕਿੱਥੋਂ ਤੱਕ ਭੱਜਦੇ ਹੋ ਤੁਸੀਂ ਤੇ ਕੀ ਕਰ ਸਕਦੇ ਹੋ। ਗੁਰੂ ਕਿਰਪਾ ਕਰੇ, ਸਿਰ ਤੇ ਹੱਥ ਰੱਖੇ, ਜਿਸ ਦਾ ਸਾਹਿਬ ਡਾਢਾ ਹੋਏ ਤੇ ਸੁਣੋ ਮਾਰ ਨਾ ਸਾਕੇ ਕੋਏ। ਇਹ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਜਿਨਨੇ ਕਦੇ ਫਤਿਹ ਸਿੰਘ ਬਣ ਕੇ ਵਜੀਦਿਆਂ ਨੂੰ ਆਖਿਆ ਸੀ, ਵਜੀਦਿਆ ਜਿੰਨਾ ਚਿਰ ਤੇਰੇ ਵਰਗੇ ਪਾਪੀ ਪੈਦਾ ਹੁੰਦੇ ਰਹਿਣਗੇ ਧਰਤੀ ਤੇ, ਉਹਨਾਂ ਚਿਰ ਉਹਨਾਂ ਦਾ ਸਰਵਨਾਸ਼ ਕਰਨ ਲਈ ਮੇਰੇ ਵਰਗੇ ਉਹ ਬਾਬਾ ਫਤਿਹ ਸਿੰਘ ਨੇ ਕਿਹਾ ਸੀ ਫਤਿਹ ਸਿੰਘ ਵੀ ਪੈਦਾ ਹੁੰਦੇ ਰਹਿਣਗੇ। ਤੇ ਮੋਬਾਈਲ ਨਾਲ ਲੈ ਗਏ ਨੇ, ਜਦੋਂ ਮੰਗਿਆ ਅੱਗੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਡੀਐਸਪੀ ਨੇ। ਉਹਦਾ ਨਾਂ ਕੀ ਸੀ? ਉਹ ਸੰਗਤ ਨੂੰ ਸਵੇਰੇ ਸਾਂਝਾ ਕਰਾਂਗੇ। ਅਜੇਪਾਲ ਸਿੰਘ ਮੌਕੇ 3 ਮਿੰਟ ਦੀ ਵੀਡੀਓ ਹੈਗੀ। ਉਹਨੇ ਸਾਡੇ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਜੀ, ਔਰ ਸ਼ਰਾਬ ਦੀ ਬੋ ਆ ਰਹੀ ਸੀ ਤੇ ਫਤਿਹਗੜ੍ਹ ਸਾਹਿਬ ਦੇ ਆ ਸਾਨੂੰ ਇੱਥੇ ਛੱਡਣ ਆਇਆ ਸੀਗਾ ਅੰਦਰ ਆਇਆ। ਇੱਥੋਂ ਤੱਕ ਕਿ ਮਾਨ ਸਰਕਾਰ ਦੀ ਪੁਲਿਸ ਸ਼ਰਾਬ ਪੀ ਕੇ ਹੁਣ ਗੁਰਦੁਆਰਿਆਂ 'ਚ ਵੜਨ ਦੀ ਹਿੰਮਤ ਕਰਨ ਲੱਗ ਗਈ। ਇਹ ਸਰਕਾਰ ਦਾ ਰਵੱਈਆ ਹੈ ਜੀ। ਤੇ ਬੇਨਤੀ ਕਰਦੇ ਸੰਗਤ ਜੀ, ਅਗਲਾ ਪ੍ਰੋਗਰਾਮ ਬੜੀ ਛੇਤੀ ਦਿਆਂਗੇ। ਗੁਰੂ ਰਹਿਮਤ ਕਰੇ, ਆਪਣੀਆਂ ਸੇਵਾਵਾਂ ਆਪ ਲਵੇ। ਇਹਨਾਂ ਦੀਆਂ ਇਹ ਗਿੱਦੜ ਭਬਕੀਆਂ, ਇਹਨਾਂ ਦੀਆਂ ਡਾਂਗਾਂ, ਇਹਨਾਂ ਦੀਆਂ ਗੋਲੀਆਂ, ਸਾਡੇ ਹੌਸਲੇ ਬੁਲੰਦ, ਸਾਡੀ ਸੋਚ ਬਲਵਾਨ। ਫਿਕਰ ਨਾ ਕਰੋ, ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ, ਅਸੀਂ ਉਹ ਹਾਂ ਆਰ ਜਾਵਾਂਗੇ ਜਾਂ ਪਾਰ ਜਾਵਾਂਗੇ। ਫਿਕਰ ਨਾ ਕਰਿਓ, ਅਸੀਸ ਦਿਓ। ਇੱਕ ਇਹਨਾਂ ਨੇ ਕੀ ਕਰ ਲਿਆ ਜੇ ਉੱਥੋਂ ਉਹ ਸਾਨੂੰ ਬੈਠਿਆਂ ਨੂੰ ਠਾ ਲਿਆ। ਅਗਲਾ ਪ੍ਰੋਗਰਾਮ ਫਿਰ ਦੇ ਦਿਆਂਗੇ। ਕਿੰਨਾ ਚਿਰ? ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜਿਹੜੇ ਨੇ ਉਹਨਾਂ ਤੇ ਮੁਕੱਦਮਾ ਦਰਜ ਨਹੀਂ ਹੋ ਜਾਂਦਾ। ਬਾਕੀਆਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਇੱਕ ਮਿੰਟ ਆਪਣੀ ਸੰਗਤ ਨੂੰ ਜ਼ਰੂਰ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਖਾਲਸਾ ਸੰਗਤ ਜੀਓ, ਇਸ ਦੁਨੀਆ ਦੇ ਵਿੱਚ, ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਤੇ ਦੁਨੀਆ ਦੇ ਦੇਸ਼ ਵਿਦੇਸ਼ ਕੋਨੇ-ਕੋਨੇ ਵਿੱਚ ਵਸਦੇ
ਗੁਰੂ ਨਾਨਕ ਨਾਮ ਲੇਵਾ ਸੰਗਤ, ਖਾਲਸਾ ਪੰਥ ਤੇ ਮਾਨਵ ਪ੍ਰਸਤ ਲੋਕਾਂ ਨੂੰ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਤੇ ਦੱਸਣਾ ਚਾਹੁੰਦਾ ਕਿ ਜਿਵੇਂ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਇਹ ਦੱਸਿਆ ਕਿ ਰਾਤ ਦੇ 1:45 ਵਜੇ ਸਾਰੀ ਸੰਗਤ ਜੋ ਮੋਰਚੇ ਦੇ ਵਿੱਚ ਰਹਿ ਰਹੀ ਸੀ, ਜੋ ਕਿ ਸੋਦਰ ਸਾਹਿਬ ਜੀ ਦਾ ਪਾਠ ਕਰਕੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਰਾਮ ਕਰਨ ਦੀ ਤਿਆਰੀ ਕਰ ਰਹੀ ਸੀ, ਇੱਕਦਮ 700 ਤੋਂ 800 ਪੁਲਿਸ ਵਾਲਾ ਜਿਨ੍ਹਾਂ ਦੇ ਕੋਲ ਡਾਂਗਾਂ ਦੇ ਨਾਲ ਪੂਰੇ ਉਹ ਲੈਸ ਸੀਗੇ, ਇੱਕਦਮ ਆ ਕੇ ਉਹਨਾਂ ਨੇ ਸਾਨੂੰ ਇੰਨਾ ਬੁਰਾ ਵਿਹਾਰ ਕੀਤਾ ਸੰਗਤ ਦੇ ਨਾਲ। ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਕਿਸੇ ਦੇ ਜੋੜੇ ਰਹਿ ਗਏ, ਬੀਬੀਆਂ ਨੂੰ ਲੱਤਾਂ ਮਾਰੀਆਂ ਗਈਆਂ, ਬਜ਼ੁਰਗਾਂ ਦੀਆਂ ਦਸਤਾਰਾਂ ਲਾਈਆਂ ਗਈਆਂ, ਇੱਥੋਂ ਤੱਕ ਕਿ ਭਾਈ ਬਲਦੇਵ ਸਿੰਘ ਜੀ ਵਡਾਲਾ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਸੰਗਤ ਮਾਨ ਸਨਮਾਨ ਕਰਦੀ ਆ, ਜਿਹੜੇ ਕਿ ਇਸ ਮੋਰਚੇ ਦੀ ਅਗਵਾਈ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਤਰ, ਉਹਨਾਂ ਦੀ ਦਸਤਾਰ ਵੀ ਜਿਹੜੀ ਆ ਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਚੁੱਕ ਕੇ ਉਹਨਾਂ ਨੂੰ ਲੈ ਕੇ ਗੱਡੀ ਦੇ ਵਿੱਚ ਲਿਜਾਇਆ ਗਿਆ ਔਰ ਸਾਡੇ ਜਿਹੜੇ ਮੋਬਾਈਲ ਆ ਉਹ ਖੋਲੇ ਗਏ, ਇੱਥੋਂ ਤੱਕ ਕਿ ਸਾਡੀਆਂ ਕਾਰਾਂ ਦੀਆਂ ਚਾਬੀਆਂ, ਜੋ ਕਿ ਸਾਡੀਆਂ ਕਾਰਾਂ ਉੱਥੇ ਮੋਰਚੇ ਵਾਲੇ ਸਥਾਨ ਤੇ ਸੀਗੀਆਂ, ਉਹ ਸਾਡੀਆਂ ਕਾਰਾਂ ਦੀਆਂ ਚਾਬੀਆਂ ਵੀ ਸਾਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਅਸੀਂ ਉਹਨਾਂ ਨੂੰ ਇਸ ਗੱਲ ਦਾ ਵਿਰੋਧ ਕੀਤਾ, ਉਹਨਾਂ ਨੇ ਸਾਡੇ ਨਾਲ ਗਾਲੀ ਗਲੋਚ ਕੀਤਾ ਔਰ ਸਾਡੇ ਕੋਲ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਉਹਦੇ ਵਿੱਚ ਕੁਝ ਵੀ ਗਲਤ ਚੀਜ਼ ਰੱਖ ਸਕਦੇ ਆ, ਸਾਡਾ ਧਾਰਮਿਕ ਸਰੂਪੇ, ਸਾਡੀਆਂ ਉਹਦੇ ਵਿੱਚ ਪੋਥੀ ਸਾਹਿਬਾਨ, ਗੁਟਕਾ ਸਾਹਿਬਾਨ ਤੇ ਹੋਰ ਸੰਗਤ ਦਾ ਕਈਆਂ ਦੇ ਪੇਸ਼ੈਂਟ ਆ, ਉਹਨਾਂ ਦੀਆਂ ਦਵਾਈਆਂ ਵਗੈਰਾ ਜਿਹੜੀਆਂ ਆ ਉਹ ਉਹਨਾਂ ਦੇ ਬੈਗਾਂ ਦੇ ਵਿੱਚ ਹੈਗੀਆਂ ਆ। ਤਾਂ ਉਹ ਸਾਨੂੰ 6 ਬੰਦਿਆਂ ਨੂੰ ਜਿਨ੍ਹਾਂ ਦੀਆਂ ਗੱਡੀਆਂ ਸੀਗੀਆਂ ਉਹ ਸਾਨੂੰ ਨਾਲ ਲੈ ਕੇ ਉਸ ਮੋਰਚੇ ਦੇ ਵਿੱਚ ਗਏ। ਜਦੋਂ ਅਸੀਂ ਉੱਥੇ ਦੇਖਿਆ ਪੂਰੇ ਸੰਗਰੂਰ ਨੂੰ ਸੀਲ ਕੀਤਾ ਜਾ ਚੁੱਕਾ ਸੀ ਔਰ ਜਿਸ ਸਥਾਨ ਤੇ ਸੀਐਮ ਦੇ ਹਾਊਸ ਦੇ ਘਰ ਦੇ ਮੂਹਰੇ, ਜਿੱਥੇ ਕਿ ਸੀਐਮ ਭਗਵੰਤ ਮਾਨ ਤੇ ਉਹਦਾ ਪਰਿਵਾਰ ਨਹੀਂ ਰਹਿੰਦਾ ਹੈਗਾ, ਜਿੱਥੇ ਕਿ ਹਰ ਵੇਲੇ 200 ਬੰਦਾ ਜਿਹੜਾ ਇਹ ਕਹਿੰਦੇ ਆ ਕਿ ਅਸੀਂ ਵੀਆਈਪੀ ਕਲਚਰ ਨੂੰ ਖਤਮ ਕਰ ਰਹੇ ਆ ਔਰ 200 ਬੰਦਾ ਹਰ ਵੇਲੇ ਉੱਥੇ ਤੈਨਾਤ ਰਹਿੰਦਾ ਹੈਗਾ ਉਸ ਖਾਲੀ ਕੋਠੀ ਦੀ ਰਾਖੀ ਲਈ, ਉਸ ਸਥਾਨ ਦੇ ਉੱਪਰ ਅਸੀਂ ਜਾ ਕੇ ਦੇਖਿਆ ਕਿ ਉੱਥੇ 700 ਤੋਂ ਵੱਧ ਪੁਲਿਸ ਵਾਲਾ ਜਿਹੜਾ ਆ ਉਹ ਡਾਂਗਾ ਸੋਟਿਆਂ ਦੇ ਨਾਲ ਲੈਸ ਸੀ ਔਰ ਇੰਨੀ ਜ਼ਿਆਦਾ ਪੁਲਿਸ ਸੀ ਕਿ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ 144 ਦਫਾ ਜਿਹੜੀ ਆ ਉਸ ਇਲਾਕੇ ਦੇ ਵਿੱਚ ਲਗਾਤੀ ਗਈ ਆ ਔਰ ਪੂਰਾ ਟੈਂਟ ਤੇ ਜਿੰਨੇ ਵੀ ਉੱਥੇ ਸੰਗਤ ਦੇ ਬੈਗ ਸੀਗੇ ਔਰ ਸਾਡਾ ਲੰਗਰ ਸਥਾਨ ਔਰ ਸਾਡਾ ਟੈਂਟ ਜਾਂ ਉੱਥੇ ਜੋ ਤਸਵੀਰਾਂ ਧਾਰਮਿਕ ਲਗਾਈਆਂ ਗਈਆਂ ਸੀ ਉਹ ਸਾਰੀਆਂ ਉਸ ਸ਼ਰਾਬ ਦੀ ਅਵਸਥਾ ਵਿੱਚ ਪੁਲਿਸ ਨੇ ਨਿਸਤੋ ਨਬੂਦ ਕਰਤੀਆਂ। ਹੁਣ ਸਾਰੀ ਸੰਗਤ ਨੂੰ ਇਸ ਗੱਲ ਦੀ ਅਪੀਲ ਆ ਕਿ ਜਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਸੰਗਤ ਨੂੰ ਅਪੀਲ ਕਰਿਆ ਕਰਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਮਾਣ ਤੋਂ ਬਿਨਾ ਗੁਰੂ ਸਿੱਖ ਦੇ ਲਈ ਹੋਰ ਕੋਈ ਨਹੀਂ ਹੈਗਾ, ਉਸੇ ਤਰ੍ਹਾਂ ਅੱਜ ਅਸੀਂ ਪੂਰੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਭਗਵੰਤ ਸਿੰਘ ਮਾਨ ਜੋ ਕਿ ਆਪਣੇ ਆਪ ਨੂੰ ਪੰਥ ਪ੍ਰਸਤ ਕਹਾਉਂਦਾ ਆ, ਇਹ ਦਾਅਵੇ ਕਰਦਾ ਮੀਡੀਆ ਤੇ ਕਿ ਅਸੀਂ ਬਰਗਾੜੀ ਕਾਂਡ ਦਾ ਜੋ ਇਨਸਾਫ ਦੇਵਾਂਗੇ, ਇਹ ਕਿਹੋ ਜਿਹਾ ਇਨਸਾਫ ਕੀਤਾ ਕਿ ਇੱਕ ਸੰਗਤ ਜੋ ਸਾਡੀ ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੀ ਸੀ, ਵਿਰੋਧ ਕਰ ਰਹੀ ਸੀ, ਦਿਨ ਰਾਤ ਕੀਰਤਨ ਦਾ ਉੱਥੇ ਪ੍ਰਵਾਹ ਚੱਲਦਾ ਸੀ, ਉਸ ਸੰਗਤ ਨੂੰ ਅੱਤਵਾਦੀਆਂ ਬਾਅਦ ਚੱਕ ਕੇ ਉਹਨਾਂ ਦੀਆਂ ਪੱਗਾਂ ਰੋਲੀਆਂ ਗਈਆਂ, ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ ਤੇ ਆ ਰਾਤ ਨੂੰ 2 ਵਜੇ ਜਿਹੜਾ ਆ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਿਖੇ ਛੱਡ ਦਿੱਤਾ ਗਿਆ। ਸੋ ਹੁਣ ਇਹ ਸੰਗਤ ਦੇ ਹੱਥ ਦੇ ਵਿੱਚ ਆ। ਸੋ ਆਪਾਂ ਇਹ ਮੋਰਚੇ ਦਾ ਅੰਤ ਨਹੀਂ ਕਰਨਾ, ਅੱਜ ਇਹ ਮੋਰਚਾ ਆਪਣੇ ਅਸਲੀ ਰੂਪ ਵਿੱਚ ਸ਼ੁਰੂ ਹੋਇਆ ਔਰ ਮੈਂ ਪੂਰੇ ਪੰਜਾਬ ਦੀ ਸੰਗਤ ਨੂੰ, ਪੂਰੇ ਦੇਸ਼ ਦੀ ਸੰਗਤ ਨੂੰ ਅਪੀਲ ਕਰਦਾ ਕਿ ਇੱਕ ਬਹੁਤ ਵੱਡਾ ਵਿਚਾਰਾਂ ਦੀ ਆਜ਼ਾਦੀ ਪ੍ਰਗਟਾਉਣ ਦੇ ਉੱਪਰ ਹਮਲਾ ਆ। ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਸਾਡੀ ਸਰਕਾਰ ਜਿਹੜੀ ਹੈ ਲੋਕਾਂ ਦੀ, ਆਮ ਆਦਮੀ ਦੀ ਸਰਕਾਰ ਆ, ਉਹਨਾਂ ਦੀ ਆਵਾਜ਼ ਨੂੰ ਸੁਣਨ ਵਾਲੀ ਤੇ ਉਹਨਾਂ ਦੀ ਗੱਲ ਕਰਨ ਵਾਲੀ ਆ, ਪਰ ਆਮ ਆਦਮੀ ਦੇ ਨਾਲ ਆ ਸਲੂਕ ਕੀਤਾ ਜਾ ਰਿਹਾ। ਜਿਸ ਗੁਰੂ ਨੂੰ ਪੂਰਾ ਸੰਸਾਰ ਨਮਸਕਾਰ ਕਰਦਾ ਆ, ਅੱਜ ਉਸ ਦੀ ਇੱਜ਼ਤ ਆਬਰੂ ਲਈ ਲੜਨ ਵਾਲੇ ਲੋਕਾਂ ਨੂੰ ਰਾਤ ਨੂੰ ਲਵਾਰਸ ਹਾਲਤ ਦੇ ਵਿੱਚ ਜਿਹੜਾ ਆ ਉਹ ਸੜਕਾਂ ਦੇ ਉੱਪਰ ਛੱਡ ਦਿੱਤਾ ਜਾਂਦਾ ਆ। ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਓ ਇਸ ਮੋਰਚੇ ਨੂੰ ਤਕੜਾ ਕਰੀਏ। ਹੁਣ ਇਹ ਮੋਰਚਾ ਜਿਹੜਾ ਆ, ਇਹ ਲੜਾਈ ਜਿਹੜੀ ਆ ਇਹ ਹੋਰ ਵੱਧ ਤਰੀਕੇ ਨਾਲ ਮਜ਼ਬੂਤੀ ਦੇ ਨਾਲ ਲੜੀ ਜਾਣੀ ਚਾਹੀਦੀ ਆ। ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਪਣੇ ਸਾਰੇ ਮਤਭੇਦ ਭੁਲਾ ਕੇ ਆਓ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਸਰੂਪਾਂ ਦਾ ਇਨਸਾਫ ਲੈਣ ਦੇ ਲਈ ਭਾਈ ਬਲਦੇਵ ਸਿੰਘ ਜੀ ਵਡਾਲਾ ਦਾ ਸਾਥ ਦਈਏ ਔਰ ਨਾਲ ਦੀ ਨਾਲ ਭਗਵੰਤ ਮਾਨ ਸਰਕਾਰ ਨੂੰ ਉਹਦਾ ਅਸਲੀ ਚਿਹਰਾ ਜਿਹੜਾ ਆ ਉਹ ਅੱਜ ਪਤਾ ਲੱਗ ਗਿਆ ਕਿ ਬਾਦਲ ਕੇ ਤੇ ਭਗਵੰਤ ਮਾਨ ਜਿਹੜੇ ਆ ਉਹ ਇੱਕ ਆ, A B ਟੀਮ ਦੇ ਤੌਰ ਤੇ ਕੰਮ ਕਰ ਰਹੇ ਆ। ਸੋ ਇਹਨਾਂ ਦਾ ਬੇੜਾ ਜਿਹੜਾ ਹੈਗਾ ਆ, ਤੁਸੀਂ ਸੰਗਤ ਜੀ ਪਾਰ ਲਗਾਉਣਾ ਹੈਗਾ ਆ, ਅਸੀਂ ਇਹਨਾਂ ਨੂੰ ਕਰੜੀਆਂ ਸਜ਼ਾਵਾਂ ਦੇਣੀਆਂ ਹੈਗੀਆਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਵਾਜ਼ ਖਰਾਬ ਹੈ। ਸਾਧ ਸੰਗਤ ਜੀ, ਮਾਤਾ ਗੁਜਰ ਕੌਰ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਚਰਨਾਂ 'ਚ ਖੜੇ ਆ। ਅਸੀਂ ਸੰਗਤ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨਾਂ ਜਰਵਾਣਿਆਂ ਨੇ ਜੋ ਕੋਟਕਪੂਰੇ ਚੌਂਕ ਦੇ ਵਿੱਚ ਹੋਇਆ ਸੀ ਉਹੀ ਕੁਝ ਕਰ ਵਿਖਾਇਆ। ਡਾਂਗਾ ਸੋਟਿਆਂ ਦੇ ਨਾਲ ਸਿੱਖਾਂ ਨੂੰ ਕੁੱਟਿਆ ਗਿਆ, ਉਹਨਾਂ ਦੀਆਂ ਪੱਗਾਂ ਰੋਲੀਆਂ ਗਈਆਂ। ਸਾਧ ਸੰਗਤ ਜੀ, ਲੰਗਰਾਂ ਦੇ ਵਿੱਚੋਂ ਭੱਠੀਆਂ ਚੁੱਲ੍ਹੇ ਚੱਕ ਪਰਾਂ ਸਿੱਟੇ ਗਏ, ਸਿੱਖਾਂ ਦੇ ਟੈਂਟ ਪਾੜੇ ਗਏ, ਸਿੱਖਾਂ ਨਾਲ ਜਕੜੀਆਂ ਖਾਣ ਵਾਲਾ ਵਿਹਾਰ ਕੀਤਾ। ਖਾਲਸਾ ਜੀ, ਲੋੜ ਅੱਜ ਸਾਨੂੰ ਇੱਕ ਹੋਣ ਦੀ, ਸਾਡਾ ਸਾਥ ਦਿਓ। ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਨੇ, ਗੁਰੂ ਗ੍ਰੰਥ ਸਾਹਿਬ ਦੀ ਖਾਤਰ ਸਿੱਖ ਲੜ ਰਹੇ ਨੇ ਕਿਉਂਕਿ ਜਰਵਾਣੇ ਨੇ, ਉਹ ਜਰਵਾਣੇ ਹਨ ਬਾਦਲ, ਭਗਵੰਤ ਮਾਨ, ਇਕੱਠੇ ਹਨ
ਕਿਉਂਕਿ ਕੱਲ ਗੁਰਸਾਗਰ ਮਸਤੋਣਾ ਸਾਹਿਬ ਦੀ ਵੀ ਇਹਨਾਂ ਨੇ ਬੇਅਦਬੀ ਕਰਵਾ ਦੇਣੀ ਸੀ। ਚਿੰਗੇ ਧੰਨ ਭਾਗੋ ਗੁਰਸਿੱਖਾਂ ਦੇ ਜਿਨ੍ਹਾਂ ਨੇ ਪੱਤ ਬਚਾਈ। ਖਾਲਸਾ ਜੀ, ਇਹ ਉਹ ਜਰਵਾਣੇ ਲੋਕ ਨੇ, ਜਕੜੀਆ ਖਾਨ ਵਰਗੇ। ਕਿਸੇ ਨੇ ਲਿਖਿਆ, ਕਹਿੰਦੇ ਜਦੋਂ ਡੁੱਬਦੀ ਹੈ ਕਿਸ਼ਤੀ ਕਿਨਾਰੇ ਵੇਖਦੇ ਰਹਿੰਦੇ ਨੇ। ਅੱਜ ਭਗਵੰਤ ਮਾਨ ਦਾ ਬੇੜਾ ਡੁੱਬੂਗਾ, ਜ਼ਰੂਰ ਡੁੱਬੂ, ਗਰੰਟੀ ਨਾਲ। ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਕਹਿ ਰਿਹਾ। ਖਾਲਸਾ ਜੀ, ਆਓ ਅੱਜ ਸਾਥ ਦਈਏ, ਇਹਨਾਂ ਜ਼ਾਲਮਾਂ ਦਾ ਬੇੜਾ ਡੁੱਬੇਗਾ। ਮਾਤਾ ਗੁਜਰ ਕੌਰ ਡੁੱਬੇਗੀ ਜਿਨ੍ਹਾਂ ਨੇ ਸਿੱਖਾਂ ਨੂੰ ਕੁੱਟਿਆ ਗਿਆ ਕੀਰਤਨ ਕਰਦਿਆਂ ਨੂੰ। ਖਾਲਸਾ ਜੀ, ਅਰਦਾਸ ਕੀਤੀ ਜਾਂਦੀ ਸੀ ਸਭ ਦੇ ਭਲੇ ਲਈ, ਪਰ ਇਹਨਾਂ ਜਰਵਾਣਿਆਂ ਨੇ ਸਾਡੇ ਲੰਗਰਾਂ ਦੇ ਵਿੱਚ ਨੂਣ ਖਾ ਕੇ ਹਰਾਮ ਕੀਤਾ। ਪਰ ਜੋ ਗੁਰਸਿੱਖ ਨੇ ਜਿਨ੍ਹਾਂ ਨੇ ਜ਼ਾਲਮਾਂ ਦਾ ਪਾਣੀ ਤੱਕ ਨਹੀਂ ਪੀਤਾ, ਇਹਨਾਂ ਨੇ ਪਾਣੀ ਪਿਆਉਣ ਦੀ ਕੋਸ਼ਿਸ਼ ਕੀਤੀ ਰਸਤੇ ਦੇ ਵਿੱਚ, ਪਰ ਸਿੱਖ ਕਹਿਣ ਲੱਗੇ ਜਰਵਾਣਿਓ, ਅਸੀਂ ਤੁਹਾਡਾ ਪਾਣੀ ਤੱਕ ਨਹੀਂ ਪੀਵਾਂਗੇ, ਅਸੀਂ ਇਸੇ ਤਰ੍ਹਾਂ ਗੱਜਦੇ ਰਹਾਂਗੇ। ਤੁਹਾਡੇ ਜਿਸ ਤਰ੍ਹਾਂ ਪਹਿਲਾਂ ਸਿੰਘ ਜਕਾਰੇ ਲਾਉਂਦੇ ਰਹੇ, ਖਾਲਸਾ ਜੀ ਜਕਾਰੇ ਲਾਉਂਦੀਆਂ ਹੋਈਆਂ ਫੌਜਾਂ ਅੱਜ ਸੱਚਖੰਡ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜੀਆਂ ਹਨ। ਖਾਲਸਾ ਜੀ, ਆਓ ਇਕੱਠੇ ਹੋਈਏ, ਕੱਲ ਨੂੰ ਇਕੱਠੇ ਹੋ ਕੇ ਦਿਖਾ ਦਈਏ, ਹਾਈਵੇ ਜਾਮ ਕੀਤੇ ਜਾਣ ਅਤੇ ਦੱਸ ਦਈਏ ਵੀ ਕਿਵੇਂ ਸਿੱਖਾਂ ਦੀ ਪੱਤ ਲੁੱਟੀਂਦੀ ਹੈ। ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਜ਼ਾਲਮ ਲੋਕਾਂ ਨੂੰ, ਕਿਉਂਕਿ ਅਸੀਂ ਕੋਈ ਨੌਕਰੀਆਂ ਮੰਗਣ ਲਈ ਨਹੀਂ ਸੀ ਬੈਠੇ। ਅਸੀਂ ਖਾਲਸਾ ਜੀ, ਅਸੀਂ ਸਭ ਦੇ ਭਲੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਹਿਸਾਬ ਕਰਾਉਣ ਵਾਸਤੇ ਬੈਠੇ ਸੀ। ਅਸੀਂ ਕਿਹਾ ਸੀ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਭਾਈ, ਉਹਨਾਂ ਤੇ FIR ਦਰਜ ਕੀਤੀ ਜਾਵੇ, ਕਿਉਂਕਿ ਐਸਾ ਕਾਨੂੰਨ ਬਣਾਇਆ ਜਾਵੇ ਕੋਈ ਗੁਰੂ ਗ੍ਰੰਥ ਸਾਹਿਬ ਤੱਕ ਉਂਗਲ ਨਾ ਕਰ ਸਕੇ। ਖਾਲਸਾ ਜੀ, ਇਹਨਾਂ ਨੇ ਉਲਟ ਕੀਤਾ, ਸਿੱਖਾਂ ਤੇ ਕੀਰਤਨ ਕਰਦਿਆਂ ਤੇ ਡਾਂਗਾਂ ਗੋਲੀਆਂ ਤੱਕ ਕਸਰ ਨਹੀਂ ਛੱਡੀ, ਇੰਨਾ ਸ਼ੁਕਰ ਗੋਲੀਆਂ ਨਾ ਚਲਾਤੀਆਂ। ਅਸੀਂ ਤਾਂ ਕਿਹਾ ਸੀ ਅਸੀਂ ਆਰ ਪਾਰ ਦੀ ਜੰਗ ਲੜਨ ਲਈ ਬੈਠੇ ਆ ਭਾਈ। ਹੁਣ ਤੁਸੀਂ ਉਹੀ ਜੋ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਬਣਾਉਂਦੇ ਰਹੇ ਹੋ, 92-91 ਵਾਲਾ ਬਿਹਾਰ ਵੀ ਕਰ ਲਓ, ਪਰ ਅਸੀਂ ਮਾਰਿਆ ਕਦੇ ਨਹੀਂ ਮੁੱਕਾਂਗੇ। ਅਸੀਂ ਐਸੇ ਲੋੜ ਸੜਕਾਂ ਤੇ ਮੁੱਕਾਂਗੇ। ਅਸੀਂ ਕਲਗੀਧਰ ਦੇ ਪੁੱਤ ਹਾਣ ਕੀਲੇ, ਅਸੀਂ ਚਾਹੁੰਦੇ ਨਹੀਂ ਕਿਸੇ ਤੋਂ ਕੀਲੇ। ਕਲਗੀਧਰ ਦਸ਼ਮੇਸ਼ ਪਿਤਾ ਦੇ ਪੁੱਤਰ ਸਾਡੇ ਦਸਤਾਰੇ ਲੀਲੇ, ਅਸੀਂ ਕਿਸੇ ਤੋਂ ਜਾਂਦੇ ਨਹੀਂ ਕੀਲੇ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤਰਨਤਾਰਨ ਤੋਂ ਸਿੱਖ ਸਤਪਾਲਨ ਦਲ ਦਾ ਸੇਵਾਦਾਰ। ਅੱਜ ਜਦੋਂ ਭਾਈ ਸਾਹਿਬ ਕੀਰਤਨ ਕਰਦੇ ਰਹਿਰਾਸ ਦਾ ਪਾਠ ਕੀਤਾ, ਜੋ ਸਮਾਪਤੀ ਹੋਈ, ਲੰਗਰ ਤੋਂ ਬਾਅਦ ਸੰਗਤਾਂ ਵਾਰ-ਵਾਰ ਆਪਣੇ ਘਰ ਜਾ ਰਹੀ ਸੀ। ਉਸ ਤੋਂ ਬਾਅਦ ਭਾਈ ਸਾਹਿਬ ਨੇ ਸਾਡੀਆਂ ਡਿਊਟੀਆਂ ਲਾਉਣੀਆਂ ਸੀ, 2-3 ਸਿੰਘਾਂ ਦੀ ਡਿਊਟੀਆਂ ਲਾਉਂਦੇ ਆ ਕਿ ਪੈਰੇ ਤੇ ਰਹਿਣਾ। ਜਦੋਂ ਵੀ ਥੋੜ੍ਹੀ ਦੇਰ ਤੱਕ ਡਿਊਟੀਆਂ ਲੱਗੀਆਂ, ਉਸ ਤੋਂ ਬਾਅਦ ਪੁਲਿਸ ਆਈ ਹੈ, 6-7 ਹੋ ਗਿਆ। ਪਰ ਜੋ ਇਹਨਾਂ ਨੇ ਮਾਨੋ ਅਸੀਂ ਤੇ ਕਰਮਾ ਭਾਗਾਂ ਨੇ ਮਾਤਾ ਗੁਜਰ ਕੌਰ ਸਾਹਿਬ ਕੌਰ ਦੇ ਘਰ ਆਏ ਹਾਂ ਨਾ, ਇਹ ਸਾਡਾ ਉਹ ਜਗ੍ਹਾ ਵਾ ਜਿੱਥੇ ਸਾਡਾ ਬਚਪਨ ਆ। ਅਸੀਂ ਸ਼ੁਕਰ ਕਰਦੇ ਕਿ ਤਦ ਸਾਨੂੰ ਧਰਤੀ ਨਸੀਬ ਹੋਈ। ਪਰ 5 ਦਿਨ ਤੋਂ ਧਰਨੇ ਤੇ ਬੈਠੀ ਹੈ, ਜਿਹੜੀ ਸ਼ਾਂਤੀ ਗੁਰਬਾਣੀ 3 ਟਾਈਮ ਬਾਣੀ ਪੜ੍ਹਦੀ ਪਈ ਹੈ। ਐਸੀ ਸੰਗਤ ਮੈਂ ਵੀ ਕਦੀ ਵੇਖੀ ਨਹੀਂ ਹੈ। ਜੋ ਭਾਈ ਹਜੂਰੀ ਰਾਗੀ 15 ਸਾਲ ਤੋਂ ਭਾਈ ਬਲਦੇਵ ਸਿੰਘ ਵਡਾਲਾ ਮੋਢੇ ਨਾਲ ਮੋਢੇ ਲਾ ਕੇ ਖਲੋਤੇ ਹਾਂ। ਦਾਸ ਛੋਟੀ ਕੀ ਬੇਨਤੀ ਪ੍ਰਵਾਨ ਕਰਦਾ, ਐਸੀ ਆਮ ਪਾਰਟੀ ਕੋ ਇਹਨੇ ਸਵਾਹ ਪਾਲੀ ਜੋ ਆਪਣੇ ਸਿਰ ਤੇ। ਦਾਸ ਸੋਚ ਸਮਝ ਕੇ ਗੱਲ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਹਣਤ